ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸ਼ਾਸਤਰ 6 ਸ਼ਾਸਤਰ ਅਤੇ ਤਕਰੀਬਨ 27 ਸਿਮਰਤੀਆਂ ਜੋ ਧਾਰਮਿਕ ਗ੍ਰੰਥ ਨੇ, ਧਾਰਮਿਕ ਪੁਸਤਕਾਂ, ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀ ਗਿਆਨ ਚਰਚਾ ਅਤੇ ਧਾਰਮਿਕ ਅਤੇ ਭਾਈਚਾਰਕ ਰਸਮਾਂ ਹਨ। ਕਹਿੰਦੇ ਇਹਨਾਂ ਨੂੰ ਅਸੀਂ ਪੜਚੋਲ ਕਰਕੇ ਦੇਖਿਆ। ਪੇਖੇ ਸਰਬ ਟੰਡੋਲ, ਟੰਡੋਲ ਤੋਂ ਮਤਲਬ ਲੱਭ ਕੇ, ਖੋਜ ਕਰਕੇ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹਨਾਂ ਦੀ ਪੜਚੋਲਣਾ ਕਰਨ ਤੋਂ ਬਾਅਦ ਇਹ ਜਿਹੜੇ ਧਾਰਮਿਕ ਗ੍ਰੰਥ ਹਨ, ਇਹਨਾਂ ਦੇ ਵਿੱਚ ਗਿਆਨ ਚਰਚਾ ਹੈਗੀ ਹੈ, ਧਾਰਮਿਕ ਅਤੇ ਭਾਈਚਾਰਕ ਰਸਮਾਂ ਹਨ, ਪਰ ਇਹ ਪਰਮਾਤਮਾ ਦੇ ਨਾਮ ਤੱਕ ਨਹੀਂ ਪਹੁੰਚ ਸਕੀਆਂ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਕਿਉਂਕਿ ਜਿਹੜਾ ਨਾਮ ਹੈ ਉਹ ਅਮੋਲ ਹੈ, ਅਮੋਲਕ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ। ਵੇਦ ਆਦਿਕ ਗ੍ਰੰਥਾਂ ਦੇ ਮੰਤਰ ਜਾਂ ਦੇਵਤਿਆਂ ਦੇ ਨਾਮ ਜਪਣੇ, ਇਹਨੂੰ ਕਹਿੰਦੇ ਜਾਪ। ਤਾਪ ਤੋਂ ਭਾਵ ਸਰੀਰ ਨੂੰ ਕਸ਼ਟ ਦੇਣਾ, ਤਾਂ ਕਿ ਜਿਹੜੇ ਸਰੀਰਿਕ ਇੰਦਰੀ ਹਨ ਉਹ ਮਨ ਉੱਤੇ ਜ਼ੋਰ ਨਾ ਪਾ ਸਕਣ। ਗਿਆਨ ਸਭ ਧਿਆਨ, ਗਿਆਨ ਦੀਆਂ ਗੱਲਾਂ ਕਰਨੀਆਂ। ਧਿਆਨ ਤੋਂ ਭਾਵ ਕਿਸੇ ਦੇਵਤੇ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ, ਧਿਆਨ ਵਿੱਚ ਲਗਾਉਣਾ। ਖਟ ਸ਼ਾਸਤਰ ਸਿਮਰਤ ਵਖਿਆਨ। ਖਟ ਤੋਂ ਭਾਵ 6 ਸ਼ਾਸਤਰ ਅਤੇ ਸਿਮਰਤੀਆਂ ਦਾ ਵਖਿਆਨ ਕਰਨਾ, ਕਥਾ ਕਰਨੀ। ਯੋਗ ਅਭਿਆਸ ਕਰਮ ਧਰਮ ਕਿਰਿਆ। ਯੋਗ ਸਾਧਨਾ ਦਾ ਅਭਿਆਸ ਕਰਨਾ, ਅਤੇ ਜਿਹੜੇ ਉਹਨਾਂ ਦੇ ਵਿੱਚ ਧਾਰਮਿਕ ਗ੍ਰੰਥਾਂ 'ਚ ਲਿਖੇ ਨੇ ਉਹੋ ਜਿਹੇ ਕਰਮ ਕਰਨੇ, ਧਰਮ ਦੀ ਕਿਰਿਆ ਕਰਨੀ। ਜਾਂ ਫਿਰ ਸਗਲ ਤਿਆਗ ਬਨ ਮਧੇ ਫਿਰਿਆ। ਸਭ ਕੁਛ ਨੂੰ ਛੱਡ ਕੇ, ਬਨ ਤੋਂ ਭਾਵ ਜੰਗਲ, ਮਧੇ ਤੋਂ ਭਾਵ ਵਿੱਚ ਫਿਰੇ, ਫਿਰਿਆ ਮਤਲਬ ਫਿਰੇ। ਅਨੇਕ ਪ੍ਰਕਾਰ ਕੀਏ ਬਹੁ ਯਤਨਾ। ਇਸੇ ਤਰ੍ਹਾਂ ਕਈ ਪ੍ਰਕਾਰ ਦੇ ਯਤਨ ਕੀਤੇ ਜਾਂਦੇ ਹਨ ਜਾਂ ਕਰ ਰਹੇ ਹਨ। ਪੁੰਨ ਦਾਨ ਹਉਮੈ ਬਹੁ ਰਤਨਾ। ਦਾਨ ਪੁੰਨ ਕਰੇ, ਹਉਮੈ ਤੋਂ ਭਾਵ ਹਵਨ, ਬਹੁ ਰਤਨਾ ਕੀਮਤੀ ਰਤਨਾਂ ਦੇ ਹਵਨ ਕਰੇ। ਕੀਮਤੀ ਰਤਨ ਉਹਦੇ ਵਿੱਚ ਪਾਵੇ, ਜਿਵੇਂ ਚੰਦਨ ਦੀ ਲੱਕੜੀ, ਪਿੱਪਲ ਦੀ ਲੱਕੜੀ, ਮੋਤੀ। ਸਰੀਰ ਕਟਾਏ ਹਉਮੈ ਕਰ ਰਾਤੀ। ਆਪਣਾ ਸਰੀਰ ਰੱਤੀ ਰੱਤੀ ਕਰਕੇ ਕੱਟ ਦੇਵੇ ਅਤੇ ਹਉਮੈ ਤੋਂ ਭਾਵ ਹਵਨ ਦੇ ਵਿੱਚ ਪਾਵੇ, ਕਟਾ ਕੇ। ਵਰਤ ਨੇਮ ਕਰੈ ਬਹੁ ਭਾਂਤੀ। ਵਰਤ ਨੇਮ ਦੇ ਅਨੁਸਾਰ ਵਰਤ ਕਰੇ, ਵੀ ਮੈਂ ਅੱਜ ਰੋਟੀ ਨਹੀਂ ਖਾਣੀ, ਜਾਂ ਮੈਂ ਪਿਆਜ਼ ਨਹੀਂ ਖਾਣਾ, ਜਾਂ ਮੈਂ ਇਹ ਕਰਨਾ, ਇਹ ਕੰਮ ਨਹੀਂ ਕਰਨਾ। ਬਹੁ ਭਾਂਤੀ, ਅਨੇਕ ਤਰੀਕੇ ਨਾਲ ਇਹੋ ਜਿਹੇ ਕੰਮ ਕਰੇ। ਗੁਰੂ ਸਾਹਿਬ ਕਹਿੰਦੇ ਨੇ, ਨਹੀਂ ਤੁਲ ਰਾਮ ਨਾਮ ਵਿਚਾਰ। ਇਹ ਜਿਹੜੇ ਉੱਪਰ ਕਰਮ ਦੱਸੇ ਨੇ, ਇਹ ਰਾਮ ਦੇ ਨਾਮ ਦੀ ਜੇ ਆਪਾਂ ਵਿਚਾਰ ਕਰੀਏ ਉਸ ਦੇ ਬਰਾਬਰ ਨਹੀਂ। ਕਿਉਂਕਿ ਰਾਮ ਦਾ ਜਿਹੜਾ ਨਾਮ ਹੈ, ਨਾਮ ਸਿਮਰਨਾ ਹੈ, ਬਹੁਤ ਉੱਚੀ ਅਵਸਥਾ ਹੈ, ਬਹੁਤ ਉੱਚੀ ਗੱਲ ਹੈ। ਇਹ ਸਾਰੇ ਕਰਮ ਛੋਟੇ ਹਨ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਗੁਰੂ ਸਾਹਿਬ ਕਹਿੰਦੇ ਨੇ, ਜੇ ਇੱਕ ਵਾਰ ਵੀ ਅਸੀਂ ਉਸ ਦਾ ਨਾਮ ਇੱਕ ਮਨ ਇੱਕ ਚਿੱਤ ਹੋ ਕੇ ਲੈ ਲਈਏ, ਜਪ ਲਈਏ ਕਿਸੇ ਤਰ੍ਹਾਂ, ਤਾਂ ਇਹ ਸਾਰੇ ਕਰਮ ਸਹਿਜ ਸੁਭਾਈ ਹੋ ਜਾਂਦੇ ਹਨ। ਉਸ ਤੋਂ ਉੱਪਰ ਪਰਮਾਤਮਾ ਦਾ ਨਾਮ ਜਪਣਾ ਹੈ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। 9 ਖੰਡ ਤੋਂ ਭਾਵ 9 ਹਿੱਸੇ।
ਪ੍ਰਿਥਵੀ ਦੇ ਧਰਤੀ ਦੇ 9 ਹਿੱਸੇ ਦੇ ਵਿੱਚ ਫਿਰੇ। ਚਿਰ ਜੀਵੈ, ਬਹੁਤ ਲੰਬੀ ਉਮਰ ਤੱਕ ਜੀਵੇ। ਮਹਾ ਉਦਾਸ ਤਪੀਸਰ ਥੀਵੈ, ਉਦਾਸੀ ਧਾਰਨ ਕਰ ਲਵੇ। ਮਹਾ ਵੱਡਾ ਉਦਾਸੀ। ਤਪੀਸਰ ਥੀਵੈ ਤੋਂ ਭਾਵ ਵੱਡਾ ਥਪੀ ਹੋ ਜਾਵੇ ਕੋਈ। ਅਗਨ ਮਾਹੈ ਹੋਮਤ ਪ੍ਰਾਣ, ਅੱਗ ਦੇ ਵਿੱਚ ਆਪਣੀ ਜਿੰਦ ਹਵਨ ਕਰ ਦਵੇ। ਅਗਨ ਮਾਹੈ ਹੋਵਤ ਪ੍ਰਾਣ, ਕਨਕ ਅਸਵ ਹੈਵਰ ਭੂਮ ਦਾਨ। ਕਨਕ ਕਹਿੰਦੇ ਹਨ ਸੋਨੇ ਨੂੰ, ਸੋਨਾ ਦਾਨ ਕਰੇ। ਅਸਵ ਕਹਿੰਦੇ ਹਨ ਘੋੜੇ ਨੂੰ। ਹੈਵਰ ਕਹਿੰਦੇ ਹਨ ਵਧੀਆ ਘੋੜਿਆਂ ਨੂੰ। ਭੂਮ ਤੋਂ ਭਾਵ ਧਰਤੀ ਦਾ ਹਿੱਸਾ ਜੋ ਆਪਣੇ ਹਿੱਸੇ ਆਉਂਦਾ, ਇਹ ਸਾਰੀਆਂ ਚੀਜ਼ਾਂ ਦਾਨ ਕਰ ਦਵੇ। ਨਿਉਲੀ ਕਰਮ ਕਰੈ ਬਹੁ ਆਸਨ। ਨਿਉਲੀ ਕਰਮ ਯੋਗ ਦਾ ਇੱਕ ਸਾਧਨ ਹੈ, ਜਿਸ ਨਾਲ ਅੰਦਰਲੀ ਸਫਾਈ ਸਾਧੂ ਲੋਕ ਕਰਦੇ ਹਨ। ਜਿਵੇਂ ਕਿ ਸਾਹ ਬਾਹਰ ਕੱਢ ਕੇ ਪੇਟ ਨੂੰ ਅੰਦਰ ਵੱਲ ਖਿੱਚ ਲਈਦਾ ਅਤੇ ਮੂੰਹ ਨਾਲ ਪਾਣੀ ਪੀ ਕੇ ਨੱਕ ਦੇ ਨਾਲ ਕੱਢ ਦਿੱਤਾ। ਇੱਦਾਂ ਦੇ ਹੋਰ ਕਈ ਕਰਮ ਹੁੰਦੇ ਹਨ ਜਿਨ੍ਹਾਂ ਨੂੰ ਨਿਵਲੀ ਕਰਮ ਕਹਿੰਦੇ ਹਨ। ਇੱਦਾਂ ਦੇ ਹੋਰ ਕੋਈ ਆਸਨ ਕਰੇ। ਜੈਨ ਮਾਰਗ ਸੰਜਮ ਅਤ ਸਾਧਨ। ਜੈਨੀ ਮਾਰਗ ਤੋਂ ਭਾਵ ਜੈਨੀ ਰਸਤੇ ਉੱਤੇ ਤੁਰੇ ਸੰਜਮ ਰੱਖੇ, ਕਈ ਪ੍ਰਕਾਰ ਦੇ ਸਾਧਨ ਕਰੇ। ਨਿਮਖ ਕਰ ਸਰੀਰ ਕਟਾਵੇ। ਨਿਮਖ ਤੋਂ ਭਾਵ ਛੋਟੇ ਤੋਂ ਛੋਟਾ ਹਿੱਸਾ ਕਰਕੇ ਆਪਣਾ ਸਰੀਰ ਕਟਾਵੇ। ਤੋ ਵੀ ਹੋਮੈ ਮੈਲ ਨਾ ਜਾਵੇ। ਐਸਾ ਕਰਨ ਦੇ ਬਾਵਜੂਦ ਵੀ ਜਿਹੜੀ ਹਉਮੈ ਰੂਪੀ ਮੈਲ ਹੈ ਉਹ ਨਹੀਂ ਜਾਂਦੀ। ਕਿਵੇਂ ਜਾਂਦੀ ਹੈ? ਹਰ ਕੇ ਨਾਮ ਸੰਸਰ ਕੱਛ ਨਾ ਹੈ। ਸੰਸਰ ਤੋਂ ਭਾਵ ਬਰਾਬਰ। ਪਰਮਾਤਮਾ ਦੇ ਨਾਮ ਜਪਣ ਦੇ ਬਰਾਬਰ ਕੁਛ ਵੀ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ, ਗੁਰੂ ਦੇ ਰਾਹੀਂ ਜੇ ਨਾਮ ਜਪਿਆ ਜਾਏਗਾ ਤਾਂ ਹੀ ਉੱਚੀ ਅਵਸਥਾ ਪ੍ਰਾਪਤ ਹੋਏਗੀ। ਮਨ ਕਾਮਨਾ ਤੀਰਥ ਦੇਹ ਛੁਟੈ। ਕਈ ਮਨੁੱਖਾਂ ਦੀ ਮਨ ਦੀ ਕਾਮਨਾ ਤੋਂ ਭਾਵ ਇੱਛਾ ਹੁੰਦੀ ਹੈ ਵੀ ਜਿਹੜਾ ਸਾਡਾ ਅੰਤਮ ਸਮਾਂ ਜਦੋਂ ਆਪਾਂ ਨੇ ਸਰੀਰ ਛੱਡਣਾ, ਉਹ ਕਿਸੇ ਤੀਰਥ 'ਤੇ ਜਾ ਕੇ ਛੱਡਿਆ ਜਾਵੇ। ਪਰ ਗੁਰੂ ਸਾਹਿਬ ਕਹਿੰਦੇ ਹਨ, ਗਰਭ ਗੁਮਾਨ ਨਾ ਮਨ 'ਤੇ ਹੁਟੈ। ਗਰਭ ਔਰ ਗੁਮਾਨ ਦੋਨਾਂ ਦਾ ਇੱਕੋ ਹੀ ਅਰਥ ਹੈ, ਅਹੰਕਾਰ। ਗਰਭ ਗੁਮਾਨ ਤੋਂ ਭਾਵ ਵੱਡਾ ਅਹੰਕਾਰ। ਮਨ 'ਤੇ ਹੁਟੈ, ਨਾ ਮਨ 'ਤੇ ਹੁਟੈ ਭਾਵ ਇਹ ਨਹੀਂ ਹਟਦਾ, ਇਹ ਨਹੀਂ ਘਟਦਾ। ਜੇ ਆਪਾਂ ਸਰੀਰ ਨੂੰ ਤੀਰਥਾਂ 'ਤੇ ਜਾ ਕੇ ਛੱਡੀਏ ਤਾਂ ਵੀ। ਸੋਚ ਕਰੈ ਦਿਨਸ ਅਰ ਰਾਤ। ਸੋਚ ਤੋਂ ਭਾਵ ਸਵੱਛਤਾ, ਇਸ਼ਨਾਨ। ਕੋਈ ਇਨਸਾਨ ਦਿਨ ਰਾਤ ਆਪਣੇ ਆਪ ਨੂੰ ਸਾਫ਼ ਰੱਖੇ, ਪਵਿੱਤਰ ਰੱਖੇ। ਮਨ ਕੀ ਮੈਲ ਨਾ ਤਨ ਤੇ ਜਾਤ। ਪਰ ਇਸ ਤਰ੍ਹਾਂ ਸਾਫ਼ ਸਫਾਈ ਰੱਖਣ ਨਾਲ ਮਨ ਦੀ ਮੈਲ ਨਹੀਂ ਉਤਰਦੀ। ਤਨ ਨੂੰ ਬਾਰ-ਬਾਰ ਧੋਈ ਜਾਓ ਪਰ ਮੈਲਾ ਤਾਂ ਮਨ ਹੈ। ਮਨ ਨੇ ਸਾਫ਼ ਹੋਣਾ ਨਾਮ ਜਪ ਕੇ। ਇਸ ਦੇਹੀ ਕੋ ਬਹੁ ਸਾਧਨਾ ਕਰੈ। ਇਸ ਦੇਹੀ, ਇਸ ਸਰੀਰ ਦੇ ਨਾਲ ਬਹੁਤ ਸਾਰੇ ਯਤਨ ਕੀਤੇ ਜਾਂਦੇ ਹਨ, ਸਾਧਨਾ ਕੀਤੀਆਂ ਜਾਂਦੀਆਂ ਹਨ। ਮਨ ਤੇ ਕਬਹੂ ਨ ਵਿਖਿਆ ਟਰੈ। ਪਰੰਤੂ ਮਨ ਦੇ ਉੱਪਰ ਵਿਖਿਆ ਤੋਂ ਭਾਵ ਜਿਹੜੀ ਮਾਇਆ ਰੂਪੀ ਜ਼ਹਿਰ ਹੈ ਉਹ ਨਹੀਂ ਉਤਰਦੀ ਸਰੀਰ ਦੇ ਆਸਨ ਕਰਨ ਨਾਲ। ਜਲ ਧੋਵੈ ਬਹੁ ਦੇਹ ਅਨੀਤ। ਜਲ ਦੇ ਨਾਲ ਧੋਂਦਾ ਹੈ ਉਸ ਦੇਹ ਨੂੰ ਜਿਹੜੀ ਕਦੇ ਨਹੀਂ ਰਹਿਣ ਵਾਲੀ।
ਅਨੀਤ ਤੋਂ, ਨੀਤ ਤੋਂ ਭਾਵ ਰੋਜ਼ਾਨਾ, ਅਨੀਤ ਨਾ ਰਹਿਣ, ਨਾ ਨਿਤ ਰਹਿਣ ਵਾਲੀ, ਨਾਸ਼ਵੰਤ ਦੇਹੀ। ਸ਼ੁੱਧ ਕਹਾਂ ਹੋਏ ਕਾਚੀ ਭੀਤ, ਭੀਤ ਤੋਂ ਭਾਵ ਹੁੰਦਾ ਕੰਧ, ਕਾਚੀ ਤੋਂ ਭਾਵ ਕੱਚੀ ਕੰਧ। ਇਹ ਸ਼ੁੱਧ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਆਪਣੇ ਮਨ ਨੂੰ ਸ਼ੁੱਧ ਨਾ ਕਰੀਏ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਹੈ ਮੇਰੇ ਮਨਾ, ਪਰਮਾਤਮਾ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਹੈ। ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਨਾਮ ਦੇ ਜਪਣ ਨਾਲ ਜਿਹੜੇ ਬਹੁਤ ਹੀ ਵਿਕਾਰੀ ਜਾਂ ਮੰਦ ਕਰਮੀ ਜੀਵ ਹਨ ਉਹ ਵੀ ਬਚ ਜਾਂਦੇ ਹਨ, ਉਧਰ ਜਾਂਦੇ ਹਨ। ਬਹੁਤ ਸਿਆਣਪ ਜਮ ਕਾ ਭਾਉ ਵਿਆਪੈ, ਸਿਆਣਪ ਤੋਂ ਭਾਵ ਚਤਰਾਈ। ਗੁਰੂ ਸਾਹਿਬ ਕਹਿੰਦੇ ਹਨ ਜੇ ਬਹੁਤੀਆਂ ਚਤਰਾਈਆਂ ਮਨੁੱਖ ਖੇਡਦਾ ਹੈ, ਕਰਦਾ ਹੈ, ਤਾਂ ਇਸ ਨਾਲ ਉਹਨਾਂ ਨੂੰ ਜਮਾਂ ਦਾ ਡਰ ਵਿਆਪਦਾ ਰਹਿੰਦਾ, ਜ਼ੋਰ ਪਾ ਲੈਂਦਾ। ਅਨਕ ਯਤਨ ਕਰ ਤ੍ਰਿਸ਼ਨ ਨਾ ਤਰਾਪੈ, ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਹੋਰ ਕਈ ਯਤਨ ਮਨੁੱਖ ਕਰਦਾ ਹੈ, ਜਿਸ ਦੇ ਕਾਰਨ ਨਾਲ ਉਸਦੀ ਜਿਹੜੀ ਤ੍ਰਿਸ਼ਨਾ, ਜਿਹੜੀ ਪਿਆਸ ਹੈ ਉਹ ਬੁਝਦੀ ਨਹੀਂ ਹੈ, ਰੱਜਦਾ ਨਹੀਂ ਹੈ ਮਨੁੱਖ। ਭੇਖ ਅਨੇਕ ਅਗਨ ਨਹੀਂ ਬੁਝੈ, ਅਨੇਕਾਂ ਪ੍ਰਕਾਰ ਦੇ ਭੇਖ ਕਰਦਾ ਹੈ ਨਾਮ ਜਪਣ ਤੋਂ ਬਿਨਾਂ, ਪਰ ਜਿਹੜੀ ਅਗਨ ਹੈ ਉਹ ਨਹੀਂ ਬੁਝਦੀ। ਕੋਟ ਉਪਾਵ ਦਰਗਹ ਨਹੀਂ ਸਿਜ ਹੈ, ਐਸੇ ਕਰੋੜਾਂ ਯਤਨ ਕਰਦਾ ਹੈ ਪਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦਾ। ਛੂਟਸ ਨਾਹੀ ਊਭ ਪਿਆਲ, ਇਹੋ ਜਿਹੇ ਕੰਮ ਕਰਨ ਤੋਂ ਬਾਅਦ ਉਹ ਨਹੀਂ ਛੁੱਟ ਸਕਦਾ, ਭਾਵੇਂ ਉਹ ਊਬ ਤੋਂ ਭਾਵ ਆਕਾਸ਼ ਦੇ ਵਿੱਚ, ਪਿਆਲ ਤੋਂ ਭਾਵ ਪਾਤਾਲ ਦੇ ਵਿੱਚ ਫਿਰੇ, ਪਰ ਉਹ ਬਚ ਨਹੀਂ ਸਕਦਾ। ਮੋਹ ਵਿਆਪੈ ਮਾਇਆ ਜਾਲ, ਉਸਨੂੰ ਮਾਇਆ ਰੂਪੀ, ਅਹੰਕਾਰ ਰੂਪੀ ਜਾਲ ਜਿਹੜਾ ਹੈ ਵਿਆਪਦਾ ਰਹਿੰਦਾ ਹੈ, ਉਸ ਜਾਲ ਦੇ ਵਿੱਚ ਫਸਿਆ ਰਹਿੰਦਾ ਹੈ। ਅਵਰ ਕਰਤੂਤ ਸਗਲੀ ਜਮ ਡਾਨੈ, ਨਾਮ ਜਪਣ ਤੋਂ ਬਿਨਾਂ ਸਾਰੇ ਹੀ ਕੰਮ ਕਰਕੇ ਦੇਖ ਲਵੋ, ਜਿਹੜੇ ਜਮਦੂਤ ਹਨ ਡਾਨੇ ਤੋਂ ਭਾਵ ਉਸ ਨੂੰ ਡੰਡ ਲਗਾਉਂਦੇ ਹਨ, ਸਜ਼ਾ ਦਿੰਦੇ ਹਨ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਹਰ ਕਾ ਨਾਮ ਜਪਤ ਦੁਖ ਜਾਏ, ਜੇ ਅਸੀਂ ਸੰਗਤ ਰੂਪ ਦੇ ਵਿੱਚ ਜਾਂ ਇਕਾਂਤ ਦੇ ਵਿੱਚ ਨਾਮ ਜਪਾਂਗੇ ਸਾਡੇ ਸਾਰੇ ਦੁੱਖ ਕੱਟੇ ਜਾਣਗੇ। ਨਾਨਕ ਬੋਲੇ ਸਹਿਜ ਸੁਭਾਏ, ਗੁਰੂ ਸਾਹਿਬ ਨੇ ਸਹਿਜੇ ਹੀ ਸਾਨੂੰ ਇਹ ਗੱਲ ਆਖ ਕੇ ਦੱਸ ਦਿੱਤੀ ਹੈ ਤੇ ਅਸੀਂ ਵੀ ਸਹਿਜ ਦੇ ਵਿੱਚ ਹੋ ਕੇ ਨਾਮ ਜਪਿਆ ਕਰੀਏ। ਚਾਰ ਪਦਾਰਥ ਜੇ ਕੋ ਮੰਗੈ, ਚਾਰ ਪਦਾਰਥ ਤੋਂ ਭਾਵ ਹੈ ਧਰਮ, ਅਰਥ, ਕਾਮ, ਮੋਖ। ਧਰਮ ਹੁੰਦਾ ਵੀ ਆਪਾਂ ਧਰਮੀ ਬਣੀਏ, ਗੁਰੂ ਵਾਲੇ ਬਣੀਏ, ਅੰਮ੍ਰਿਤ ਵੇਲਾ ਸਾਂਭੀਏ। ਅਰਥ ਹੁੰਦਾ ਹੈ ਜਿਹੜੇ ਸਾਡੇ ਮਸਲੇ ਹਨ ਉਹ ਸਾਰੇ ਠੀਕ ਠਾਕ ਹੋ ਜਾਣ। ਕਾਮ ਹੁੰਦਾ ਜਿਹੜੀ ਸਾਡੀ ਮਨੋਕਾਮਨਾ ਹੈ, ਇੱਛਾ ਹੈ, ਉਹ ਪੂਰਨ ਹੋ ਜਾਵੇ। ਮੋਖ ਹੁੰਦਾ ਹੈ ਮੁਕਤੀ। ਗੁਰੂ ਸਾਹਿਬ ਕਹਿੰਦੇ ਨੇ ਜੇ ਕੋਈ ਇਹਨਾਂ ਚਾਰ ਪਦਾਰਥਾਂ ਨੂੰ ਮੰਗਦਾ, ਸਾਧ ਜਨਾਂ ਕੀ ਸੇਵਾ ਲੱਗੈ। ਸਾਧ ਜਨ ਭਾਵ ਗੁਰੂ, ਪਰਮਾਤਮਾ ਜਾਂ ਉਹਨਾਂ ਦੇ ਨਾਮ ਜਪਣ ਵਾਲੇ, ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਓ ਜੇ ਤੁਸੀਂ ਇਹ ਚਾਰ ਪਦਾਰਥ ਚਾਹੁੰਦੇ ਹੋ। ਜੇ ਕੋ ਆਪਣਾ ਦੁੱਖ ਮਿਟਾਵੈ, ਹੁਣ ਆਪਾਂ ਦੁਨੀਆ ਨੂੰ ਦੱਸਦੇ ਹਾਂ ਵੀ ਸਾਨੂੰ ਕਿੰਨਾ ਵੱਡਾ ਦੁੱਖ ਹੈ।
ਸਾਨੂੰ ਕਿੰਨੀ ਤਕਲੀਫ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਜਿਹੜਾ ਦੁੱਖ ਹੈ ਉਹ ਖਤਮ ਹੋ ਜਾਵੇ, ਮਿਟ ਜਾਵੇ, ਤਾਂ ਕੀ ਕਰਨਾ ਚਾਹੀਦਾ ਹੈ? ਹਰ ਹਰ ਨਾਮ ਹਿਰਦੈ ਸਦ ਗਾਵੈ। ਤੁਸੀਂ ਕਿਸੇ ਨਾਲ ਕੋਈ ਗੱਲਬਾਤ ਨਾ ਕਰੋ ਉਸ ਬਾਰੇ, ਤੁਸੀਂ ਸਿਰਫ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ, ਚਿੱਤ ਵਿੱਚ ਚੇਤੇ ਰੱਖੋ। ਉਸ ਦਾ ਸਹਿਜੇ ਸਹਿਜੇ ਨਾਮ ਜਪੀ ਜਾਓ, ਤੁਹਾਡਾ ਦੁੱਖ ਦਲਿੱਦਰ ਜਿਹੜਾ ਹੈ ਉਹ ਖਤਮ ਹੋ ਜਾਏਗਾ। ਜੇ ਕੋ ਆਪਣੀ ਸ਼ੋਭਾ ਲੋਰੈ, ਲੋਰੈ ਤੋਂ ਭਾਵ ਚਾਹੁੰਦਾ ਹੈ। ਜੇ ਕੋਈ ਆਪਣੀ ਸ਼ੋਭਾ, ਆਪਣੀ ਵਡਿਆਈ ਚਾਹੁੰਦਾ ਹੈ, ਸਾਧ ਸੰਗ ਇਹ ਹਉਮੈ ਛੋਰੈ। ਸਾਧ ਸੰਗ, ਸੰਗਤ ਦੇ ਵਿੱਚ ਬੈਠੋ, ਨਾਮ ਜਪੋ, ਬਾਣੀ ਪੜ੍ਹੋ, ਅਤੇ ਜਿਹੜੀ ਆਪਣੀ ਵਡਿਆਈ ਭਾਲਣੀ ਹੈ ਇਹ ਤੁਹਾਡੀ ਖਤਮ ਹੋ ਜਾਏਗੀ। ਇਹ ਹਉਮੈ ਰੂਪ ਖਤਮ, ਨਾਸ ਹੋ ਜਾਏਗਾ। ਜੇ ਕੋ ਜਨਮ ਮਰਨ ਤੇ ਡਰੈ, ਜੇ ਕੋਈ ਬਾਰ ਬਾਰ ਜਨਮ, ਬਾਰ ਬਾਰ ਮਰਨ ਤੋਂ ਡਰਦਾ ਹੈ, ਸਾਧ ਜਨਾਂ ਕੀ ਸਰਣੀ ਪਰੈ। ਸਾਧੂ ਜਨ ਭਾਵ ਗੁਰੂ ਦੀ ਸੰਗਤ ਦੇ ਵਿੱਚ ਆਓ, ਉਹਨਾਂ ਦੀ ਸ਼ਰਨ ਦੇ ਵਿੱਚ ਬੈਠੋ, ਤੁਹਾਡਾ ਜਨਮ ਔਰ ਮਰਨ ਵੀ ਖਤਮ ਹੋ ਜਾਏਗਾ। ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਅਸੀਂ ਸਾਰੇ ਦੁਨਿਆਵੀ ਚੀਜ਼ਾਂ ਤਾਂ ਬਹੁਤ ਮੰਗਦੇ ਹਨ, ਪਰ ਕੋਈ ਵਿਰਲੇ ਹਨ ਜੋ ਕਹਿੰਦੇ ਹਨ ਵੀ ਸਾਨੂੰ ਤੁਸੀਂ ਆਪਣੇ ਦਰਸ਼ਨ ਦੀਦਾਰ ਬਖਸ਼ੋ ਵਾਹਿਗੁਰੂ ਜੀ। ਗੁਰੂ ਸਾਹਿਬ ਕਹਿੰਦੇ ਹਨ ਐਸੇ ਜਿਹੜੇ ਜਨ ਹਨ ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ, ਨਾਨਕ ਤਾਂ ਕੈ ਬਲ ਬਲ ਜਾਸਾ। ਮੈਂ ਐਸੇ ਭਗਤ ਜਨਾਂ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ। ਸਗਲ ਪੁਰਖ ਮਹਿ ਪੁਰਖ ਪ੍ਰਧਾਨ। ਸਾਰਿਆਂ ਹੀ ਮਨੁੱਖਾਂ ਦੇ ਵਿੱਚੋਂ ਉਹ ਪੁਰਖ ਪ੍ਰਧਾਨ ਵੱਡਾ ਗਿਣਿਆ ਜਾਂਦਾ ਹੈ। ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਸੰਗਤ ਦੇ ਵਿੱਚ ਮਿਲ ਕੇ ਜਿਸ ਦਾ ਅਭਿਮਾਨ ਤੋਂ ਭਾਵ ਅਹੰਕਾਰ ਦੂਰ ਹੋ ਗਿਆ ਹੈ। ਆਪਸ ਕੋ ਜੋ ਜਾਣੈ ਨੀਚਾ। ਜੋ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਸੋ ਗਨੀਐ ਸਭ ਤੇ ਉੱਚਾ। ਉਹੀ ਆਪਣੇ ਆਪ ਦੇ ਵਿੱਚ ਪਰਮਾਤਮਾ ਦੀ ਨਿਗਾਹ ਦੇ ਵਿੱਚ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਜੋ ਆਪਣੇ ਆਪ ਨੂੰ ਨੀਵਾਂ ਤੋਂ ਭਾਵ ਨਿਰਮਲ ਸਮਝਦਾ ਹੈ, ਨਿਮਾਣਾ ਸਮਝਦਾ ਹੈ। ਜਾ ਕਾ ਮਨ ਹੋਏ ਸਗਲ ਕੀਰੀਨਾ। ਜਿਸ ਦਾ ਮਨ ਇਹ ਸਮਝ ਲਵੇ ਵੀ ਮੈਂ ਤਾਂ ਸੰਗਤ ਦੇ ਚਰਨਾਂ ਦੀ ਧੂੜ ਹਾਂ। ਹਰ ਹਰ ਨਾਮ ਤਿਨ ਘਟ ਘਟ ਚੀਨਾ। ਪਰਮਾਤਮਾ ਦਾ ਨਾਮ ਉਸਨੇ ਘੱਟ ਘੱਟ ਤੋਂ ਭਾਵ ਹਰੇਕ ਸਰੀਰ ਦੇ ਵਿੱਚ ਪਛਾਣ ਲਿਆ ਹੈ ਵੀ ਪਰਮਾਤਮਾ ਹਰੇਕ ਸਰੀਰ ਦੇ ਵਿੱਚ ਵਸ ਰਿਹਾ ਹੈ। ਇਹ ਉਸਨੇ ਦੇਖ ਲਿਆ ਹੈ। ਮਨ ਆਪਣੇ ਤੇ ਬੁਰਾ ਮਿਟਾਨਾ। ਆਪਣੇ ਮਨ ਤੋਂ ਕਿਸੇ ਦਾ ਬੁਰਾ ਲੋਚਣਾ ਉਹ ਜਨ ਮਿਟਾ ਲੈਂਦੇ ਹਨ। ਵੇਖੈ ਸਗਲ ਸ੍ਰਿਸ਼ਟ ਸਾਜਨਾ। ਉਹ ਸਾਰੇ ਸੰਸਾਰ ਨੂੰ, ਸਾਰੇ ਸੰਸਾਰ ਦੇ ਵਿੱਚ ਸ੍ਰਿਸ਼ਟੀ ਨੂੰ ਸਾਜਣ ਵਾਲਾ ਪਰਮਾਤਮਾ ਦੇਖਦੇ ਹਨ। ਸੁਖ ਦੁੱਖ ਜਨ ਸਮ ਦ੍ਰਿਸ਼ਟਤਾ। ਸਮ ਤੋਂ ਭਾਵ ਹੁੰਦਾ ਹੈ ਬਰਾਬਰ। ਜਿਨ੍ਹਾਂ ਨੇ ਸੁੱਖ ਔਰ ਦੁੱਖ ਇੱਕ ਬਰਾਬਰ ਸਮਝਿਆ ਹੈ। ਨਾਨਕ ਪਾਪ ਪੁੰਨ ਨਹੀਂ ਲੇਪਾ। ਲੇਪਾ ਤੋਂ ਭਾਵ ਅਸਰ, ਪ੍ਰਭਾਵ। ਉਹਨਾਂ ਦੇ ਉੱਪਰ ਪਾਪ ਜਾਂ ਪੁੰਨ ਦਾ ਅਸਰ ਨਹੀਂ ਪੈਂਦਾ ਜਿਨ੍ਹਾਂ ਨੇ ਸਾਰੇ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਦੇਖ ਲਿਆ ਹੈ। ਨਿਰਧਨ ਕਉ ਧਨ ਤੇਰੋ ਨਾਮ। ਨਿਰਧਨ ਭਾਵ ਕੰਗਾਲ। ਕੰਗਾਲ ਮਨੁੱਖ ਲਈ ਤੇਰਾ ਨਾਮ ਹੀ ਧਨ ਹੈ।
ਧਨ ਦੌਲਤ। ਨਿਥਾਵੇਂ ਕਉ ਨਾਉ ਤੇਰਾ ਥਾਉ, ਭਾਵ ਜਿਸ ਦਾ ਕੋਈ ਆਸਰਾ ਨਹੀਂ, ਉਸ ਦਾ ਆਸਰਾ ਪਰਮਾਤਮਾ ਤੂੰ ਹੈ। ਜਿਸ ਦੀ ਕੋਈ ਥਾਂ ਨਹੀਂ, ਉਸ ਨੂੰ ਥਾਂ ਦੇਣ ਵਾਲਾ ਤੂੰ ਆਪ ਹੈ। ਨਿਮਾਣੇ ਕਉ ਪ੍ਰਭ ਤੇਰੋ ਮਾਨ, ਜਿਸ ਨੂੰ ਕੋਈ ਆਦਰ ਸਤਿਕਾਰ ਨਹੀਂ ਦਿੰਦਾ, ਤੂੰ ਆਪ ਉਸ ਨੂੰ ਆਦਰ ਦਿੰਦਾ ਹੈ। ਤੇਰਾ ਨਾਮ ਹੀ ਉਸ ਦਾ ਆਦਰ ਹੈ। ਸਗਲ ਘਟਾ ਕਉ ਦੇ ਬਹੁ ਦਾਨ, ਸਗਲ ਘਟਾ ਭਾਵ ਕਿ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਾ ਤੂੰ ਆਪ ਹੀ ਹੈ। ਕਰਨ ਕਰਾਵਨ ਹਾਰ ਸੁਆਮੀ, ਤੁਸੀਂ ਸਾਰਿਆਂ ਹੀ ਕਾਰਨਾਂ ਨੂੰ ਕਰਨ ਵਾਲੇ ਆਪ ਸੁਆਮੀ ਤੋਂ ਭਾਵ ਮਾਲਕ ਹੋ। ਸਗਲ ਘਟਾ ਕੇ ਅੰਤਰਜਾਮੀ, ਸਾਰਿਆਂ ਹੀ ਦਿਲਾਂ ਦੀ ਜਾਣਨ ਵਾਲੇ ਹੋ। ਆਪਣੀ ਗਤ ਮਿੱਤ ਜਾਣੋ ਆਪੇ, ਤੁਸੀਂ ਆਪਣੀ ਗਤ ਤੋਂ ਭਾਵ ਅਵਸਥਾ, ਮਿੱਤ ਤੋਂ ਭਾਵ ਮਰਿਆਦਾ ਆਪ ਹੀ ਜਾਣਦੇ ਹੋ। ਆਪਨ ਸੰਗ ਆਪ ਪ੍ਰਭ ਰਾਤੇ, ਤੁਸੀਂ ਆਪਣੇ ਆਪ ਵਿੱਚ ਆਪ ਹੀ ਮਗਨ ਹੋ। ਤੁਮਰੀ ਉਸਤਤ ਤੁਮ ਤੇ ਹੋਏ, ਤੁਹਾਡੀ ਉਸਤਤ ਕੋਈ ਹੋਰ ਬਿਆਨ ਨਹੀਂ ਕਰ ਸਕਦਾ, ਤੁਸੀਂ ਆਪ ਹੀ ਬਿਆਨ ਕਰਵਾ ਸਕਦੇ ਹੋ ਸੰਗਤ ਦੇ ਵਿੱਚ ਗੁਰੂ ਦੇ ਸਨਮੁਖ ਹੋ ਕੇ। ਨਾਨਕ ਅਵਰ ਨਾ ਜਾਣ ਸਕੋਏ, ਕੋਈ ਹੋਰ ਤੁਹਾਡੀ ਵਡਿਆਈ ਨਹੀਂ ਜਾਣ ਸਕਦਾ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪ੍ਰਭੂ ਦਾ ਨਾਮ ਜਪਣਾ ਤੇ ਪਵਿੱਤਰ ਆਚਰਣ ਬਣਾਉਣਾ, ਭਾਵ ਜਿਹੜਾ ਵੀ ਕੰਮ ਕਰਨਾ ਉਸ ਦੇ ਵਿੱਚ ਮੈਂ ਰੂਪੀ ਮੈਲ ਨਹੀਂ ਹੋਣੀ ਚਾਹੀਦੀ। ਨਿਰਮਲ ਕਰਮ, ਇਹ ਸਾਰਿਆਂ ਹੀ ਧਰਮਾਂ ਨਾਲੋਂ ਸ੍ਰੇਸ਼ਟ ਤੋਂ ਭਾਵ ਚੰਗਾ ਧਰਮ ਹੈ। ਸਗਲ ਕਿਰਿਆ ਮਹਿ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਾਰਿਆਂ ਹੀ ਕਿਰਿਆਵਾਂ ਤੋਂ ਭਾਵ ਧਾਰਮਿਕ ਰਸਮਾਂ ਦੇ ਵਿੱਚੋਂ ਸਭ ਤੋਂ ਉੱਤਮ ਰਸਮ ਕਿਹੜੀ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਸਾਧ ਜਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਆਪਣੇ ਮਨ ਦੇ ਉੱਪਰੋਂ ਜਿਹੜੀ ਹਉਮੈ ਰੂਪੀ ਮੈਲ ਚੜੀ ਹੋਈ ਹੈ, ਇਸ ਨੂੰ ਉਤਾਰਨਾ, ਇਹ ਸਾਰਿਆਂ ਹੀ ਕਿਰਿਆਵਾਂ ਦੇ ਵਿੱਚੋਂ ਉੱਤਮ ਕਿਰਿਆ ਹੈ। ਸਗਲ ਉਦਮ ਮਹਿ ਉਦਮ ਭਲਾ, ਸਾਰਿਆਂ ਹੀ ਉਦਮਾਂ ਦੇ ਵਿੱਚੋਂ ਸਭ ਤੋਂ ਭਲਾ ਉਦਮ ਕਿਹੜਾ ਹੈ? ਹਰ ਕਾ ਨਾਮ ਜਪੋ ਜੀ ਸਦਾ, ਹਮੇਸ਼ਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੋ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਾਰਿਆਂ ਹੀ ਬਾਣੀਆਂ ਦੇ ਵਿੱਚੋਂ ਉੱਤਮ ਅਤੇ ਅੰਮ੍ਰਿਤ ਬਾਣੀ ਕਿਹੜੀ ਹੈ? ਹਰੀ ਦੇ ਜਸ ਨੂੰ ਸੁਣੋ ਤੇ ਰਸਨਾ ਨਾਲ ਬਖਾਣੋ ਤੋਂ ਭਾਵ ਉਚਾਰਨ ਕਰੋ, ਗਾਓ, ਜਪੋ। ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਹ ਘਟ ਵਸੈ ਹਰ ਨਾਮ। ਸਾਰਿਆਂ ਹੀ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ। ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ, ਉਹ ਹਿਰਦਾ ਰੂਪ ਥਾਂ ਹੋਰ ਸਾਰੇ ਤੀਰਥ ਅਸਥਾਨਾਂ ਤੋਂ ਪਵਿੱਤਰ ਹੈ। ਨਾਨਕ ਜਿਹ ਘਟ ਵਸੈ ਹਰ ਨਾਮ, ਜਿਸ ਘਟ ਦੇ ਵਿੱਚ, ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਸਾਰਿਆਂ ਹੀ ਥਾਨ ਤੋਂ ਭਾਵ ਅਸਥਾਨ ਦੇ ਵਿੱਚੋਂ ਉੱਤਮ ਅਸਥਾਨ ਮੰਨਿਆ ਜਾਂਦਾ ਹੈ।